ਵੈਲਕਮ ਸਟੂਡੈਂਟਸ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਜਿਹੜੀ ਪੀਐਸ ਟੈਟ ਪੇਪਰ 1 ਤੇ 2 ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਤੇ ਮੇਰੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਤੋਂ ਵੀ ਹੈਲਪ ਲੈ ਰਹੇ ਹੋਵੋਗੇ। ਜਿਹੜੇ ਵੀ ਸਟੂਡੈਂਟਸ ਵੀਡੀਓ ਦੇਖ ਰਹੇ ਨੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ। ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਨੇ ਉਹ ਤੁਹਾਨੂੰ ਸਾਹਮਣੇ ਹੀ ਆ ਜਾਣ ਤੁਹਾਡੇ ਕੋਲ ਤੇ ਤੁਸੀਂ ਉਹਨਾਂ ਨੂੰ ਦੇਖ ਕੇ ਬੈਨੀਫਿਟਸ ਲੈ ਸਕੋ। ਅੱਜ ਅਸੀਂ ਇਤਿਹਾਸ ਦੇ ਵਿੱਚ ਜਿਹੜੇ ਕੁਝ ਕੁਐਸਚਨਸ ਨੇ ਉਹ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਇਕਨੋਮਿਕਸ ਦੇ ਨਾਲ ਰਿਲੇਟਡ ਵਨ ਵਰਡ ਜਿਹੜੇ ਕੁਐਸਚਨ ਆਨਸਰ ਨੇ ਉਹ ਕਰਾਂਗੇ। ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਨਾਂ ਦੱਸੋ। ਚੜ੍ਹਤ ਸਿੰਘ। ਮਹਾਰਾਜਾ ਰਣਜੀਤ ਸਿੰਘ ਨੂੰ ਮੁੱਢਲੀ ਸਿੱਖਿਆ ਦਿਵਾਉਣ ਲਈ ਕਿੱਥੇ ਭੇਜਿਆ ਗਿਆ? ਭਾਈ ਭਾਗੂ ਸਿੰਘ ਦੀ ਧਰਮਸ਼ਾਲਾ ਵਿੱਚ। ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੇ ਅਕਾਲ ਚਲਾਣਾ ਕਰਨ ਸਮੇਂ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ? 12 ਸਾਲ ਦੀ। ਰਣਜੀਤ ਸਿੰਘ ਨੇ ਆਪਣਾ ਪ੍ਰਧਾਨ ਮੰਤਰੀ ਕਿਸ ਨੂੰ ਨਿਯੁਕਤ ਕੀਤਾ? ਆਪਣੇ ਪਿਤਾ ਮਹਾਂ ਸਿੰਘ ਦੇ ਮਾਮੇ ਦਲ ਸਿੰਘ ਨੂੰ। ਰਣਜੀਤ ਸਿੰਘ ਨੇ ਮਾਈ ਸੁੱਖਾਂ ਕੋਲੋਂ ਕਿਹੜੀ ਤੋਪ ਦੀ ਮੰਗ ਕੀਤੀ? ਜਮਜਮਾ ਤੋਪ ਦੀ ਮੰਗ ਕੀਤੀ ਸੀ। ਪਟਿਆਲਾ ਤੇ ਨਾਭਾ ਦੇ ਰਾਜਿਆਂ ਵਿਚਕਾਰ ਕਿਹੜੇ ਪਿੰਡ ਦਾ ਝਗੜਾ ਸੀ? ਦੌਲਤਦੀ ਪਿੰਡ ਦਾ। 1809 ਈਸਵੀ ਵਿੱਚ ਰਣਜੀਤ ਸਿੰਘ ਦੁਆਰਾ ਸਿਆਲਕੋਟ ਦੀ ਜਿੱਤ ਪ੍ਰਾਪਤ ਕਰਨ ਸਮੇਂ ਸਿਆਲਕੋਟ ਦਾ ਹਾਕਮ ਕੌਣ ਸੀ? ਜੀਵਨ ਸਿੰਘ। ਬਦਨੀ ਦੇ ਇਲਾਕੇ ਉੱਤੇ ਕਿਸ ਦਾ ਅਧਿਕਾਰ ਸੀ? ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦਾ। 26 ਜੂਨ 1838 ਈਸਵੀ ਨੂੰ ਅੰਗਰੇਜ਼ ਸਰਕਾਰ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸੂਜਾ ਵਿਚਕਾਰ ਇੱਕ ਸੰਧੀ ਕੀਤੀ ਗਈ। ਇਸ ਸੰਧੀ ਨੂੰ ਕੀ ਨਾਂ ਦਿੱਤਾ ਗਿਆ ਸੀ? ਤ੍ਰੈਪੱਖੀ ਸੰਧੀ। ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਜਿੱਤ ਦੇ ਸਿੱਟੇ ਵਜੋਂ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ? ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ। ਲਾਰਡ ਐਲਨਬਰਾ ਦੀ ਥਾਂ ਤੇ ਕਿਸ ਨੂੰ ਭਾਰਤ ਦਾ ਗਵਰਨਰ ਜਨਰਲ ਬਣਾਇਆ ਗਿਆ? ਲਾਰਡ ਹਾਰਡਿੰਗ ਨੂੰ। ਮਹਾਰਾਜਾ ਰਣਜੀਤ ਸਿੰਘ ਨੇ ਨਾਭਾ ਰਿਆਸਤ ਦਾ ਕਿਹੜਾ ਪਿੰਡ ਸਰਦਾਰ ਧੰਨਾ ਸਿੰਘ ਨੂੰ ਦਿੱਤਾ ਸੀ? ਮੌੜਾ। ਸਤੰਬਰ 1845 ਈਸਵੀ ਵਿੱਚ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਕੌਣ ਬਣਿਆ? ਲਾਲ ਸਿੰਘ। ਪਹਿਲੇ ਐਂਗਲੋ ਸਿੱਖ ਯੁੱਧ ਦਾ ਆਰੰਭ ਕਦੋਂ ਹੋਇਆ? 13 ਦਸੰਬਰ 1845 ਨੂੰ। ਭੈਰੋਵਾਲ ਦੀ ਸੰਧੀ ਕਦੋਂ ਹੋਈ? 16 ਦਸੰਬਰ 1846 ਈਸਵੀ ਨੂੰ। ਭੈਰੋਵਾਲ ਦੀ ਸੰਧੀ ਰਾਹੀਂ ਮਹਾਰਾਣੀ ਜਿੰਦਾ ਨੂੰ ਲਾਹੌਰ ਦੇ ਰਾਜ ਪ੍ਰਬੰਧ ਤੋਂ ਵੱਖ ਕਰਕੇ ਕਿੰਨੀ ਪੈਨਸ਼ਨ ਨਿਸ਼ਚਿਤ ਕੀਤੀ? 1.5 ਲੱਖ ਰੁਪਇਆ ਪੈਨਸ਼ਨ। 1848 ਈਸਵੀ ਵਿੱਚ ਭਾਰਤ ਦਾ ਗਵਰਨਰ ਜਨਰਲ ਕਿਸ ਨੂੰ ਬਣਾਇਆ ਗਿਆ? ਲਾਰਡ ਡਲਹੌਜੀ ਨੂੰ। ਰਾਮਨਗਰ ਦੀ ਲੜਾਈ ਅਤੇ ਚਿੱਲਿਆਂਵਾਲਾ ਦੀ ਲੜਾਈ ਸਮੇਂ ਅੰਗਰੇਜ਼ੀ ਸੈਨਾ ਦੀ ਅਗਵਾਈ ਕਿਸ ਨੇ ਕੀਤੀ? ਲਾਰਡ ਹਿਊਗਗਫ ਨੇ। ਲਾਹੌਰ ਦੀ ਦੂਸਰੀ ਸੰਧੀ ਕਿਸ ਦੀ ਬੇਨਤੀ ਨਾਲ ਹੋਈ? ਲਾਲ ਸਿੰਘ ਦੀ ਬੇਨਤੀ ਨਾਲ। ਗੁਜਰਾਤ ਦੀ ਲੜਾਈ ਕਦੋਂ ਅਤੇ ਕਿੰਨੇ ਵਜੇ ਅਤੇ ਕਿੱਥੇ ਸ਼ੁਰੂ ਹੋਈ? 21 ਫਰਵਰੀ 1849 ਨੂੰ ਸਵੇਰੇ 7:30 ਵਜੇ ਅਤੇ ਚਨਾਬ ਨਦੀ ਦੇ ਕੰਢੇ 'ਤੇ ਸ਼ੁਰੂ ਹੋਈ ਸੀ। ਨਾਮਧਾਰੀ ਮੁਖੀ ਸਤਿਗੁਰ ਬਾਬਾ ਰਾਮ ਸਿੰਘ ਨੇ ਧਰਮ ਪ੍ਰਚਾਰ ਕਰਨ ਲਈ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ? 22 ਸੂਬਿਆਂ ਦੇ ਵਿੱਚ ਵੰਡਿਆ ਸੀ। ਆਰੀਆ ਸਮਾਜ ਦੇ ਸੰਸਥਾਪਕ ਕੌਣ ਸਨ? ਸਵਾਮੀ ਦਇਆਨੰਦ ਸਰਸਵਤੀ। ਗਦਰ ਅੰਦੋਲਨ ਦਾ ਮੁੱਖ ਖੇਤਰ ਕਿਹੜਾ ਮਹਾਂਦੀਪ ਸੀ? ਉੱਤਰੀ ਅਮਰੀਕਾ। ਗਦਰ ਲਹਿਰ ਦੀ ਸਥਾਪਨਾ ਕਿੱਥੇ ਹੋਈ? ਅਮਰੀਕਾ ਦੇ ਸ਼ਹਿਰ ਸਨ ਫਰਾਂਸਿਸਕੋ ਦੇ ਵਿੱਚ। ਗਦਰ ਲਹਿਰ ਦਾ ਮੁੱਖ ਸਕੱਤਰ ਕਿਸ ਨੂੰ ਬਣਾਇਆ ਗਿਆ ਸੀ? ਲਾਲਾ ਹਰਦਿਆਲ ਨੂੰ। ਕਾਮਾਗਾਟਾ ਮਾਰੂ ਕਿਸ ਦਾ ਨਾਂ ਸੀ? ਸਮੁੰਦਰੀ ਜਹਾਜ਼ ਦਾ। ਜਲਿਆਂਵਾਲੇ ਬਾਗ ਦੇ ਕਾਂਡ ਦਾ ਬਦਲਾ ਕਿਸ ਨੇ ਲਿਆ? ਸਰਦਾਰ ਊਧਮ ਸਿੰਘ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਦੋਂ ਹੋਈ? 16 ਨਵੰਬਰ 1920 ਈਸਵੀ ਨੂੰ। ਇਹ ਸ਼ਬਦ ਕਿਸ ਨੇ ਕਹੇ? ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ। ਸੁਭਾਸ਼ ਚੰਦਰ ਬੋਸ ਨੇ। ਸਵਾਮੀ ਦਇਆਨੰਦ ਸਰਸਵਤੀ ਨੇ ਪਹਿਲੀ ਵਾਰ ਪੰਜਾਬ ਦਾ ਦੌਰਾ ਕਦੋਂ ਕੀਤਾ? 1877 ਈਸਵੀ ਵਿੱਚ। ਬੰਦਾ ਬਹਾਦਰ ਦਾ ਪਹਿਲਾ ਨਾਂ ਕੀ ਸੀ? ਮਾਧੋ ਦਾਸ। ਬੰਦਾ ਬਹਾਦਰ ਵੱਲੋਂ ਸੋਨੀਪਤ 'ਤੇ ਹਮਲਾ ਕਰਨ ਸਮੇਂ ਉਸ ਦੇ ਨਾਲ ਕਿੰਨੇ ਸਿੱਖ ਸਨ? 500 ਸਿੱਖ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਕਿੱਥੋਂ ਦੇ ਰਹਿਣ ਵਾਲੇ ਸਨ? ਸਮਾਣਾ ਦੇ। ਪੀਰ ਬੁੱਧੂ ਸ਼ਾਹ ਦੀ ਹਵੇਲੀ ਦਾ ਅੱਜ ਕੱਲ੍ਹ ਕੀ ਨਾਂ ਹੈ? ਕਤਲਗੜ੍ਹੀ।
ਸਿੱਖਾਂ ਦੁਆਰਾ ਅੰਮ੍ਰਿਤਸਰ ਵਿਖੇ ਦਲ ਖਾਲਸਾ ਦੀ ਸਥਾਪਨਾ ਕਦੋਂ ਕੀਤੀ ਗਈ? 1748 ਈਸਵੀ ਵਿੱਚ। ਮਿਸਲ ਕਿਹੜੀ ਭਾਸ਼ਾ ਦਾ ਸ਼ਬਦ ਹੈ? ਅਰਬੀ ਦਾ। ਸਭ ਤੋਂ ਪਹਿਲਾਂ ਸਥਾਪਿਤ ਹੋਣ ਵਾਲੀ ਮਿਸਲ ਦਾ ਨਾਂ ਦੱਸੋ? ਫੈਜ਼ਲਪੁਰੀਆ ਮਿਸਲ। ਰਾਮਗੜੀਆ ਮਿਸਲ ਦਾ ਤਾਕਤਵਰ ਸਰਦਾਰ ਕੌਣ ਸੀ? ਜੱਸਾ ਸਿੰਘ ਰਾਮਗੜੀਆ। ਪਟਿਆਲਾ, ਨਾਭਾ ਅਤੇ ਜੀਂਦ ਦੇ ਇਲਾਕਿਆਂ ਉੱਤੇ ਰਾਜ ਸਥਾਪਿਤ ਕਰਕੇ ਚੌਧਰੀ ਫੂਲ ਸਿੰਘ ਨੇ ਕਿਹੜੀ ਮਿਸਲ ਦੀ ਸਥਾਪਨਾ ਕੀਤੀ? ਫੂਲਕੀਆ ਮਿਸਲ ਦੀ। ਸਿੱਖ ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ? 12। ਹੁਣ ਜਿਹੜੇ ਕੁਝ ਕੁਐਸਚਨਸ ਨੇ ਉਹ ਅਰਥ ਸ਼ਾਸਤਰ ਦੇ ਨਾਲ ਰਿਲੇਟਡ ਨੇ। ਇੱਕ ਦੇਸ਼ ਦੇ ਨਿਵਾਸੀਆਂ ਦੀ ਇੱਕ ਵਰ੍ਹੇ ਦੌਰਾਨ ਅਰਜਿਤ ਆਮਦਨ ਨੂੰ ਕੀ ਕਿਹਾ ਜਾਂਦਾ ਹੈ? ਰਾਸ਼ਟਰੀ ਆਮਦਨ। ਇੱਕ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਅਵਧੀ ਵਿੱਚੋਂ ਪ੍ਰਾਪਤ ਹੋਣ ਵਾਲੀ ਔਸਤ ਆਮਦਨ ਨੂੰ ਕੀ ਕਿਹਾ ਜਾਂਦਾ ਹੈ? ਪ੍ਰਤੀ ਵਿਅਕਤੀ ਆਮਦਨ। ਆਮਦਨ ਵਿੱਚੋਂ ਉਪਭੋਗ ਖਰਚ ਨੂੰ ਘਟਾਉਣ ਤੋਂ ਬਾਅਦ ਜੋ ਧਨ ਰਾਸ਼ੀ ਬਚਦੀ ਹੈ ਉਸ ਨੂੰ ਕੀ ਕਹਿੰਦੇ ਹਨ? ਬੱਚਤ। ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਕੀ ਕਹਿੰਦੇ ਹਨ? ਨਿਵੇਸ਼। ਜਦੋਂ ਕਿਸੇ ਕੰਮ ਨੂੰ ਕਰਨ ਲਈ ਜਿੰਨੇ ਵਿਅਕਤੀਆਂ ਦੀ ਲੋੜ ਹੈ ਉਸ ਤੋਂ ਵੱਧ ਵਿਅਕਤੀ ਕੰਮ 'ਤੇ ਲੱਗੇ ਹੋਣ ਤਾਂ ਵੱਧ ਵਿਅਕਤੀਆਂ ਦੀ ਬੇਰੁਜ਼ਗਾਰੀ ਨੂੰ ਕਿਹੜੀ ਬੇਰੁਜ਼ਗਾਰੀ ਕਿਹਾ ਜਾਂਦਾ ਹੈ? ਛੁਪੀ ਹੋਈ ਬੇਰੁਜ਼ਗਾਰੀ। ਸਧਾਰਨ ਕੀਮਤ ਪੱਧਰ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਨੂੰ ਕੀ ਕਹਿੰਦੇ ਹਨ? ਮੁਦਰਾ ਸਫੀਤੀ। ਸਰਕਾਰ ਰਾਹੀਂ ਪ੍ਰਸਤਾਵਿਤ ਆਮਦਨ ਅਤੇ ਖਰਚਿਆਂ ਦੇ ਸਾਲਾਨਾ ਬਿਊਰੋ ਨੂੰ ਕੀ ਕਹਿੰਦੇ ਹਨ? ਸਰਕਾਰੀ ਬਜਟ। ਜਦੋਂ ਸਰਕਾਰ ਦਾ ਖਰਚ ਉਸ ਦੀ ਆਮਦਨ ਤੋਂ ਜ਼ਿਆਦਾ ਹੋਵੇ ਤਾਂ ਇਸ ਨੂੰ ਕਿਹੜਾ ਬਜਟ ਕਹਿੰਦੇ ਹਨ? ਘਾਟੇ ਦਾ ਬਜਟ। ਪ੍ਰਤੀ ਵਿਅਕਤੀ ਆਮਦਨ ਦਾ ਦੂਸਰਾ ਨਾਂ ਕੀ ਹੈ? ਔਸਤ ਆਮਦਨ। ਕਿਸੇ ਅਰਥ ਵਿਵਸਥਾ ਵਿੱਚ ਪੂੰਜੀ ਸਟਾਕ ਦਾ ਉਹ ਹਿੱਸਾ ਜੋ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਤੋਂ ਜ਼ਰੂਰੀ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ? ਆਧਾਰਿਕ ਸੰਰਚਨਾ। ਡਾਕ ਸੇਵਾਵਾਂ, ਟੈਲੀਫੋਨ, ਇੰਟਰਨੈਟ, ਈਮੇਲ, ਰੇਡੀਓ ਅਤੇ ਟੈਲੀਵਿਜ਼ਨ ਨੂੰ ਕਿਹੜੇ ਸਾਧਨ ਕਿਹਾ ਜਾਂਦਾ ਹੈ? ਸੰਚਾਰ ਦੇ ਸਾਧਨ। ਕੋਲੇ ਤੋਂ ਪੈਦਾ ਕੀਤੀ ਜਾਣ ਵਾਲੀ ਬਿਜਲੀ ਨੂੰ ਕੀ ਕਹਿੰਦੇ ਹਨ? ਤਾਪ ਬਿਜਲੀ। ਭਾਰਤ ਦੀ ਕਿਸੇ ਇੱਕ ਗੈਰ ਬੈਂਕਿੰਗ ਸੰਸਥਾ ਦਾ ਨਾਂ ਲਿਖੋ। ਜੀਵਨ ਬੀਮਾ ਨਿਗਮ LIC। ਸਰਕਾਰ ਦੁਆਰਾ ਦੇਸ਼ ਦੀ ਗਰੀਬ ਜਨਤਾ ਨੂੰ ਉਚਿਤ ਕੀਮਤਾਂ ਅਤੇ ਦੁਕਾਨਾਂ ਰਾਹੀਂ ਰਿਆਇਤੀ ਦਰਾਂ 'ਤੇ ਅਨਾਜ, ਚੀਨੀ, ਮਿੱਟੀ ਦਾ ਤੇਲ ਅਤੇ ਮੋਟੇ ਕੱਪੜੇ ਮੁਹੱਈਆ ਕਰਵਾਉਣ ਦੀ ਵਿਧੀ ਨੂੰ ਕੀ ਕਹਿੰਦੇ ਹਨ? ਸਰਵਜਨਕ ਵਿਤਰਨ ਪ੍ਰਣਾਲੀ। ਉਪਭੋਗਤਾ ਸੰਰਖਣ ਕਾਨੂੰਨ ਕਦੋਂ ਬਣਿਆ? 1986 ਵਿੱਚ। ਸ਼ੇਅਰ ਅਤੇ ਡਿਬੈਂਚਰ ਖਰੀਦਣ ਅਤੇ ਵੇਚਣ ਨੂੰ ਕੀ ਕਹਿੰਦੇ ਹਨ? ਸਟਾਕ ਐਕਸਚੇਂਜ। ਭਾਰਤ ਵਿੱਚ ਸਮੁੰਦਰੀ ਆਵਾਜਾਈ ਲਈ ਸਰਵਜਨਕ ਖੇਤਰ ਦੀ ਵੱਡੀ ਕੰਪਨੀ ਦਾ ਕੀ ਨਾਂ ਹੈ? ਮੁਗਲ ਲਾਈਨ। ਅਲਪਕਾਲੀਨ ਕਰਜ਼ ਦੇਣ ਵਾਲੀ ਬੈਂਕ ਨੂੰ ਕੀ ਕਹਿੰਦੇ ਹਨ? ਵਪਾਰਿਕ ਬੈਂਕ। RBI ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਕੀਤੀ ਗਈ? 1935 ਈਸਵੀ ਦੇ ਵਿੱਚ। ਖੇਤੀ ਭਾਰਤ ਦੀ ਆਤਮਾ ਹੈ, ਇਹ ਕਥਨ ਕਿਸ ਦਾ ਹੈ? ਮਹਾਤਮਾ ਗਾਂਧੀ ਦਾ। ਭਾਰਤੀ ਅਰਥ ਵਿਵਸਥਾ ਦੇ ਆਰਥਿਕ ਵਿਕਾਸ ਵਿੱਚ ਖੇਤੀ ਖੇਤਰ ਦੀ ਸਫਲਤਾ ਦੇਸ਼ ਨੂੰ ਆਰਥਿਕ ਉੱਨਤੀ ਦੇ ਮਾਰਗ 'ਤੇ ਲੈ ਜਾਂਦੀ ਹੈ, ਇਹ ਕਥਨ ਕਿਸ ਦਾ ਹੈ? ਵਿਦਵਾਨ ਦਾਤੇਵਾਲਾ ਦਾ। ICAR ਦਾ ਪੂਰਾ ਨਾਂ ਕੀ ਹੈ? ਭਾਰਤੀ ਖੇਤੀ ਖੋਜ ਪ੍ਰੀਸ਼ਦ। ਖੇਤੀ ਉਤਪਾਦਨਾਂ ਲਈ ਫਸਲਾਂ ਦਾ ਉਚਿਤ ਮੁੱਲ ਅਤੇ ਸਥਿਰ ਮੁੱਲ ਦਿਵਾਉਣ ਲਈ ਭਾਰਤੀ ਸਰਕਾਰ ਨੇ ਕਿਹੜੀ ਸੰਸਥਾ ਸਥਾਪਿਤ ਕੀਤੀ ਹੈ? ਖੇਤੀ ਲਾਗਤ ਅਤੇ ਮੁੱਲ ਕਮਿਸ਼ਨ। ਭਾਰਤੀ ਖੇਤੀ ਵਿਸ਼ੇਸ਼ ਕਰਕੇ ਕਣਕ, ਚਾਵਲ ਦੇ ਉਤਪਾਦਨ ਵਿੱਚ ਹੋਣ ਵਾਲੇ ਭਾਰੀ ਵਾਧੇ ਨੂੰ ਜੋ ਖੇਤੀ ਵਿੱਚ ਵਧੇਰੇ ਉਪਜ ਵਾਲੇ ਬੀਜਾਂ ਦੇ ਪ੍ਰਯੋਗ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਕਾਰਨ ਸੰਭਵ ਹੋਇਆ ਹੈ ਨੂੰ ਕਿਹੜਾ ਨਾਮ ਦਿੱਤਾ ਗਿਆ ਹੈ? ਹਰੀ ਕ੍ਰਾਂਤੀ ਦਾ। ਹਰੀ ਕ੍ਰਾਂਤੀ ਲਿਆਉਣ ਵਿੱਚ ਕਿਹੜੀ ਯੂਨੀਵਰਸਿਟੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ? ਖੇਤੀ ਯੂਨੀਵਰਸਿਟੀ ਪੰਤਨਗਰ ਨੇ। ਹਰੀ ਕ੍ਰਾਂਤੀ ਦਾ ਮੋਢੀ ਕੌਣ ਸੀ? ਡਾਕਟਰ ਨੋਰਮਨ ਅਤੇ ਡਾਕਟਰ ਸਵਾਮੀਨਾਥਨ। ਸੰਸਾਰ ਵਿੱਚ ਸਭ ਤੋਂ ਵੱਧ ਦਾਲਾਂ ਉਤਪਾਦਕ ਦੇਸ਼ ਦਾ ਨਾਂ ਲਿਖੋ। ਭਾਰਤ। ਭਾਰਤ ਵਿੱਚ ਹਰੀ ਕ੍ਰਾਂਤੀ ਕਦੋਂ ਆਈ? 1966 ਤੋਂ 67 ਦੇ ਵਿੱਚ। ਫਸਲਾਂ ਅਤੇ ਪਸ਼ੂਆਂ ਦੇ ਉਤਪਾਦਨ ਸੰਬੰਧੀ ਕਲਾ ਜਾਂ ਵਿਗਿਆਨ ਨੂੰ ਕੀ ਕਹਿੰਦੇ ਹਨ? ਖੇਤੀਬਾੜੀ। ਜਿਹੜੇ ਉਦਯੋਗਾਂ ਦੀ ਮਲਕੀਅਤ ਸਰਕਾਰ ਦੇ ਹੱਥ ਵਿੱਚ ਹੁੰਦੀ ਹੈ ਇਹਨੂੰ ਕਿਹੜੀ ਕਿਸਮ ਦੇ ਉਦਯੋਗ ਕਹਿੰਦੇ ਹਨ? ਸਰਵਜਨਕ ਉਦਯੋਗ। ਜਿਹੜੇ ਉਦਯੋਗ ਪਰਿਵਾਰ ਦੇ ਮੈਂਬਰਾਂ ਦੀ ਮਦਦ ਨਾਲ ਪੂਰਨਕਾਲੀਨ ਜਾਂ ਅੰਸ਼ਿਕ ਕਾਲੀਨ ਕਿੱਤੇ ਦੇ ਰੂਪ ਵਿੱਚ ਲਗਾਏ ਜਾਂਦੇ ਹਨ ਇਹਨਾਂ ਨੂੰ ਕਿਹੜੇ ਉਦਯੋਗ ਕਿਹਾ ਜਾਂਦਾ ਹੈ? ਕੁਟੀਰ ਉਦਯੋਗ। ਕੁਟੀਰ ਉਦਯੋਗਾਂ ਦੀ ਕੋਈ ਇੱਕ ਸਮੱਸਿਆ ਲਿਖੋ। ਜਿਵੇਂ ਕਿ
ਪੈਸੇ ਦੀ ਘਾਟ ਹੋ ਸਕਦੀ ਹੈ, ਜਾਂ ਜਿਹੜੇ ਵਰਕਰਸ ਨੇ, ਸਕਿਲਡ ਪਰਸਨਸ ਨੇ, ਉਹਨਾਂ ਦੀ ਕਮੀ। ਉਦਯੋਗਿਕ ਵਿੱਤ ਨਿਗਮ ਦੀ ਸਥਾਪਨਾ ਕਦੋਂ ਕੀਤੀ ਗਈ? 1948 ਵਿੱਚ। ਉਦਯੋਗਿਕ ਵਿਕਾਸ ਬੈਂਕ ਦੀ ਸਥਾਪਨਾ ਕਦੋਂ ਕੀਤੀ ਗਈ? 1964 ਦੇ ਵਿੱਚ। ਦੇਸ਼ ਦੇ ਉਦਯੋਗਿਕ ਵਿਕਾਸ ਦੀ ਧੀਮੀ ਗਤੀ ਦਾ ਇੱਕ ਕਾਰਨ ਦੱਸੋ। ਪੂੰਜੀ ਦੀ ਕਮੀ ਜਾਂ ਕੁਸ਼ਲ ਮਜ਼ਦੂਰਾਂ ਦੀ ਘਾਟ। ਸਰਕਾਰ ਦੁਆਰਾ ਕਿਸੇ ਉਦਮ ਨੂੰ ਕਿਸੇ ਵਸਤੂ ਦਾ ਉਤਪਾਦਨ ਕਰਨ ਲਈ ਦਿੱਤੀ ਆਗਿਆ ਨੂੰ ਕੀ ਕਹਿੰਦੇ ਹਨ? ਲਾਇਸੈਂਸ। ਲਘੂ ਉਦਯੋਗ ਵਿੱਚ ਕਿੰਨੀ ਪੂੰਜੀ ਦਾ ਨਿਵੇਸ਼ ਹੁੰਦਾ ਹੈ? 3 ਕਰੋੜ ਤੱਕ। ਨਵੀਂ ਉਦਯੋਗਿਕ ਨੀਤੀ ਕਦੋਂ ਲਾਗੂ ਕੀਤੀ ਗਈ? 1991 ਦੇ ਵਿੱਚ। GDP ਦਾ ਪੂਰਾ ਨਾਂ ਲਿਖੋ। ਸਕਲ ਘਰੇਲੂ ਉਤਪਾਦ, ਗ੍ਰੋਸ ਡੋਮੈਸਟਿਕ ਪ੍ਰੋਡਕਟ। ਸਟੂਡੈਂਟਸ, ਅੱਜ ਲਈ ਸਿਰਫ ਇੰਨਾ ਹੀ, ਅਤੇ ਮੈਂ ਹੋਰ ਵੀ ਜਿੰਨਾ ਕੁ ਟਾਈਮ ਹੈ ਮੇਰੇ ਕੋਲ ਉਹਦੇ ਅਕੋਰਡਿੰਗ ਤੁਹਾਡੀ ਹੋਰ ਹੈਲਪ ਕਰਦੀ ਰਹੂੰਗੀ, ਅਤੇ ਤੁਸੀਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਤੋਂ ਪੂਰੀ ਜਿਹੜੇ ਬੈਨੀਫਿਟਸ ਨੇ, ਲਾਭ ਨੇ, ਉਹ ਲਓ। ਥੈਂਕਸ ਫॉर ਵਾਚਿੰਗ।